ਤੁਸੀਂ ਤਾਂ ਨਵੇਂ ਬੜੀਆਂ ਅੱਖਾਂ ਵਿੱਚ ਬੜੇ ਸੁਪਨੇ ਲੈ ਕੇ ਆਏ ਸੀਗੇ ਸਿਆਸਤ ਵਿੱਚ। ਅੱਜ ਜਿਸ ਮੋੜ ਤੇ ਖੜੇ ਹੋ, ਕਿਸ ਤਰ੍ਹਾਂ ਉਹ ਸੁਪਨੇ ਹੈ ਕਿ ਤੁਸੀਂ ਵੀ ਇੱਕ ਹੁਣ ਰਵਾਇਤੀ ਸਿਆਸਤ ਵੱਲ ਮੂੰਹ ਮੋੜ ਲਿਆ ਹੈਗਾ? ਆਫ ਕੋਰਸ ਜਦੋਂ ਸੁਖਪਾਲ ਖਹਿਰਾ ਵਾਲਾ ਸੀਨ ਹੋਇਆ ਸੀ ਨਾ, ਮੈਨੂੰ ਇੰਨੀਆਂ ਕੁ ਲੋਕਾਂ ਨੇ ਗਾਲਾਂ ਦਿੱਤੀਆਂ ਕਿ ਇਹ ਕੁੜੀ ਨੇ ਕੀ ਕਰ ਦਿੱਤਾ। ਸੁਖਪਾਲ ਖਹਿਰਾ ਵੱਲੋਂ ਤਾਂ ਇਹ ਇਲਜ਼ਾਮ ਲਾਇਆ ਗਿਆ ਹੈ ਕਿ ਮੇਰੀ ਪੱਗ ਦੀ ਇੱਜ਼ਤ ਨਹੀਂ ਰੱਖੀ ਗਈ ਇਸ ਪਾਰਟੀ ਵਿੱਚ। ਸਾਰੇ ਸਾਥੀ ਨਵੇਂ ਹੋਣ ਕਰਕੇ, ਕਈ ਗੱਲਾਂ ਦੇ ਤਜਰਬੇ ਨਾ ਹੋਣ ਕਰਕੇ ਮਤਲਬ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਪੁੱਛਦੀ ਹਾਂ ਕਿ ਤੁਹਾਨੂੰ ਮੌਕਾ ਦਿੱਤਾ ਗਿਆ ਬਤੌਰ ਇੱਕ ਔਰਤ ਕਿ ਹਾਂ ਬਲਜਿੰਦਰ ਕੌਰ ਵਾਈ ਕਾਂਟ ਯੂ, ਤੁਸੀਂ ਕਿਉਂ ਨਹੀਂ ਆਮ ਆਦਮੀ ਦਾ ਫੇਸ ਹੋ ਸਕਦੇ? ਜੇ ਅੱਜ ਤੱਕ ਅਸੀਂ ਰਿਕਾਰਡ ਚਾ ਕੇ ਦੇਖ ਲਈ, ਜੇ ਸਭ ਤੋਂ ਵੱਧ ਸਵਾਲ ਕਿਸੇ ਆਪੋਜੀਸ਼ਨ ਬਣੀ ਹੋਏ ਨੇ ਨਾ, ਤਾਂ ਉਹ ਆਮ ਆਦਮੀ ਪਾਰਟੀ ਵੱਲੋਂ। ਔਰ ਤੁਸੀਂ ਇਹਨਾਂ 4.5 ਸਾਲਾਂ ਵਿੱਚ ਉਹ ਅਹੁਦਾ ਵੀ ਗੁਮਾ ਦਿੱਤਾ। ਤੁਸੀਂ ਜਿਸ 22 ਨੰਬਰ ਤੇ ਆਏ ਸੀਗੇ, ਅੱਜ ਉਸ ਤੋਂ 14 MLA ਰਹਿ ਗਏ ਤੁਹਾਡੇ ਨਾਲ। ਡਾਕਟਰ ਗਾਂਧੀ ਵਰਗੇ ਇਨਸਾਨ ਨੂੰ ਜਿਨ੍ਹਾਂ ਨੂੰ ਪਿੰਡ ਵਿੱਚ ਲੋਕ ਪਛਾਣਦੇ ਨੇ, ਫੁਲਕਾ ਸਾਹਿਬ ਨੇ ਜਿਹਨੇ ਬੜੇ ਸਾਲਾਂ ਤੋਂ, ਬੜੀ ਦੇਰ ਤੋਂ 84 ਦੇ ਪੀੜਤਾਂ ਵਾਸਤੇ, ਜੇ ਉਹਨਾਂ ਨੂੰ ਨਹੀਂ ਸਾਂਭ ਪਾਵਾਂਗੇ ਤੇ ਫਿਰ ਪੰਜਾਬ ਦੇ ਮੁੱਦੇ ਕਿੱਦਾਂ ਦੇਖੋਗੇ? ਜਦ ਤੱਕ ਫੂਲਕਾ ਜੀ ਦੀ ਗੱਲ ਆ, ਉਹਨਾਂ ਦੀ ਆਪਣੀ ਮਰਜ਼ੀ ਸੀਗੀ ਕਿ ਉਹਨਾਂ ਨੇ ਪਾਰਟੀ ਨੂੰ ਕੰਟੀਨਿਊ ਕਰਨਾ ਹੈ ਜਾਂ ਨਹੀਂ ਕਰਨਾ। ਜਿੱਥੋਂ ਤੱਕ ਰਹਿ ਗਈ ਗੱਲ ਸੁਖਪਾਲ ਖਹਿਰਾ ਦੀ, ਉਹ ਮੈਨੂੰ ਲੱਗਦਾ ਮੈਂ ਨਾ ਬੋਲਾਂ ਤਾਂ ਹੀ ਚੰਗਾ ਹੈ, ਕਿਉਂਕਿ ਜੇ ਅਸੀਂ ਗੱਲ ਕਰੀਏ ਛੋਟੇਪੁਰ ਸਾਹਿਬ ਹੋਰਾਂ ਦੀ, ਤਾਂ ਉਹ ਮੰਨ ਸਕਦੇ ਹਾਂ ਕਿ ਉੱਥੇ ਕੁਝ ਕਮੀਆਂ ਜਿਹੜੀਆਂ ਪਾਰਟੀ ਤੋਂ ਰਹੀਆਂ ਨੇ, ਜਿਹੜੀਆਂ ਨਹੀਂ ਰਹਿਣੀਆਂ ਚਾਹੀਦੀਆਂ ਸੀ। ਤੁਹਾਡੀ ਅੰਦਰੂਨੀ ਗੱਲ ਜੋ ਬਾਹਰ ਨਿਕਲ ਕੇ ਆਈ, ਸਾਡੇ ਤਾਂ ਸਾਹਮਣੇ ਆਈ, ਤਾਂ ਇਹੋ ਮੁੱਦਾ ਆਇਆ ਸੀ ਕਿ ਮਾਫੀ ਨਹੀਂ ਮੰਗਣੀ ਚਾਹੀਦੀ, ਔਰ ਜਦ ਦਿੱਲੀ ਉਹ ਮਾਫੀ ਮੰਗੇਗੀ, ਪੰਜਾਬ ਨੂੰ ਨਾਲ ਨਹੀਂ ਲਿਆ ਗਿਆ। ਆਮ ਆਦਮੀ ਪਾਰਟੀ ਡਟ ਕੇ ਵਿਧਾਨ ਸਭਾ ਦੇ ਵਿੱਚ ਅੱਜ ਤੱਕ ਉਹਨੇ ਆਪਣਾ ਰੋਲ ਪਲੇ ਕੀਤਾ, ਜਿਹੜਾ ਕਿਸੇ ਨੇ। ਅੱਜ ਲੋਕ ਦੁਬਾਰਾ ਤੁਹਾਨੂੰ ਹੁੰਗਾਰਾ ਕਿਉਂ ਕਰਾ? ਮੈਂ ਲੋਕਾਂ ਕੋਲੋਂ ਸਵਾਲ ਪੁੱਛਦੀ। ਕਾਂਗਰਸ ਨੇ ਕੀਤਾ ਕੀ ਹੈ? ਸੋ ਆਪੋਜੀਸ਼ਨ ਇੱਕ ਬਹੁਤ ਵੱਡਾ ਜਿਹੜਾ ਮੈਂ ਕਹੂੰਗੀ ਸੰਤਾਪ ਹੰਡਾਉਂਦੀ ਆ ਪੰਜਾਬ ਵਰਗੀ ਧਰਤੀ ਤੇ। ਬਟ ਅੱਜ ਜਦ ਚਿਹਰੇ ਅਸੀਂ ਬਾਹਰੋਂ ਲੱਭ ਰਹੇ ਹਾਂ ਕਿ CM ਫੇਸ ਕਾਂਗਰਸ ਤੋਂ ਖਿੱਚ ਲਈਏ, ਅੰਦਰੋਂ ਕਿਉਂ ਨਹੀਂ ਆ ਸਕਦਾ? ਆਮ ਆਦਮੀ ਪਾਰਟੀ ਦਿੱਲੀ ਵਿੱਚ ਆਪਣਾ ਰਿਪੋਰਟ ਕਾਰਡ ਲੈ ਕੇ ਆਈ ਹੈ। ਤੁਸੀਂ ਇੱਕ MLA ਰਹੇ ਹੋ, ਤੁਸੀਂ ਕੀ ਆਪਣੇ ਹਲਕੇ ਦਾ ਰਿਪੋਰਟ ਕਾਰਡ ਪੇਸ਼ ਕਰਨ ਲਈ ਤਿਆਰ ਹੋ? ਬਿਲਕੁਲ। ਕਾਸ਼ ਨਿਮਰਤ ਜੀ, ਜਿਹੜੀ ਤੁਸੀਂ ਫੰਡ ਦੀ ਗੱਲ ਕੀਤੀ ਹੈ, ਕਾਸ਼ ਇਹ ਮਿਲਦਾ ਹੁੰਦਾ। ਪੋਲੀਟੀਸ਼ੀਅਨ ਜਿਹੜੇ ਵਿਰੋਧੀ ਪਾਰਟੀ, ਉਹਨਾਂ ਦੇ ਖਿਲਾਫ ਬੋਲਦੇ ਹੋ, ਪਰ ਜਦ ਉਦੋਂ ਗੱਲ ਆਈ ਤੁਸੀਂ ਮੱਥਾ ਵੀ ਟੇਕ ਲਿਆ, ਸ਼ਗਨ ਵੀ ਲੈ ਲਿਆ। ਸੋ ਆਪੋਜੀਸ਼ਨ ਦੇ ਵਿਧਾਇਕ ਕੋਲ ਕੀ ਪਾਵਰਸ ਹੁੰਦੀਆਂ ਨੇ? ਨਥਿੰਗ। ਪੰਜਾਬ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਤੇ ਜੋ ਅੱਜ 4.5 ਸਾਲ ਪਹਿਲੇ ਹਾਲਾਤ ਸੀ, ਸ਼ਾਇਦ ਉਹ ਹਾਲਾਤ ਨਹੀਂ ਹਨ ਜਾਂ ਉਸ ਤੋਂ ਬਦਤਰ ਹਨ। ਇਸ ਬਾਰੇ ਸਾਡੇ ਨਾਲ ਚਰਚਾ ਕਰਨ ਲਈ ਪ੍ਰੋਫੈਸਰ ਬਲਜਿੰਦਰ ਕੌਰ ਜੁੜੇ ਨਾ। ਸਾਡੇ ਨਾਲ ਜੁੜਨ ਲਈ ਬਹੁਤ ਧੰਨਵਾਦ। ਥੈਂਕ ਯੂ ਨਿਮਰ ਜੀ, ਥੈਂਕ ਯੂ ਸੋ ਮਚ। ਤੁਸੀਂ ਤਾਂ ਨਵੇਂ ਬੜੀਆਂ ਅੱਖਾਂ ਵਿੱਚ ਬੜੇ ਸੁਪਨੇ ਲੈ ਕੇ ਆਏ ਸੀਗੇ ਸਿਆਸਤ ਵਿੱਚ। ਅੱਜ ਜਿਸ ਮੋੜ ਤੇ ਖੜੇ ਹੋ, ਕਿਸ ਤਰ੍ਹਾਂ ਉਹ ਸੁਪਨੇ ਹੈ ਕਿ ਤੁਸੀਂ ਵੀ ਇੱਕ ਹੁਣ ਰਵਾਇਤੀ ਸਿਆਸਤ ਵੱਲ ਮੂੰਹ ਮੋੜ ਲਿਆ ਹੈਗਾ? ਦੇਖੋ, ਮੈਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਜਨਮ ਆ, ਹਨਾ, ਉਹ ਬੇਸਿਕਲੀ ਇਹਨਾਂ ਹੀ ਕਾਰਨਾਂ ਕਰਕੇ ਆਇਆ ਸੀਗਾ ਕਿ ਪੰਜਾਬ ਨੂੰ ਕਿਸ ਤਰੀਕੇ ਦੇ ਨਾਲ ਬਚਾਇਆ ਜਾਵੇ, ਕਿਵੇਂ ਉਸ ਵਰਗ ਨੂੰ ਬਚਾਇਆ ਜਾਵੇ ਜਿਹੜਾ ਲਗਾਤਾਰ ਮਤਲਬ ਪੁਰਾਣੀ ਸਿਆਸਤ ਦੀ ਵਜ੍ਹਾ ਦੇ ਨਾਲ, ਜਾਂ ਫਿਰ ਪੁਰਾਣੀਆਂ ਪਾਰਟੀਆਂ ਦੀ ਵਜ੍ਹਾ ਦੇ ਨਾਲ, ਜਾਂ ਫਿਰ ਉਹ ਕਰਪਟ ਲੀਡਰਸ ਦੀ ਵਜ੍ਹਾ ਦੇ ਨਾਲ ਲਗਾਤਾਰ ਜਿਹੜਾ ਕੁਚਲਦਾ ਹੋਇਆ, ਦੱਬਿਆ ਹੋਇਆ ਜਾ ਰਿਹਾ ਹੈ। ਮੇਰਾ ਮਤਲਬ ਆਫ ਕੋਰਸ ਹਰ ਉਸ ਆਮ ਆਦਮੀ ਤੋਂ ਆ, ਹਰ ਉਸ ਆਮ ਇਨਸਾਨ ਤੋਂ ਆ, ਤੇ ਜਿਹੜਾ ਜ਼ਿੰਦਗੀ ਦੇ ਹਰ ਉਸ ਰੂਟੀਨ ਦੇ ਵਿੱਚ ਸਫ਼ਰ ਕਰਦਾ ਹੈ। ਤੇ ਆਬਵੀਅਸਲੀ ਜੋ ਤੁਸੀਂ ਗੱਲ ਕੀਤੀ ਆ, ਤਾਂ ਮੈਨੂੰ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਬੜੇ ਛੋਟੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ। ਅੱਜ ਤੱਕ ਕਦੇ ਕਿਸੇ ਪਾਰਟੀ ਦੇ ਹਿੱਸੇ ਨਹੀਂ ਆਇਆ, ਕਦੇ ਕਿਸੇ ਦੇ ਹਿੱਸੇ ਨਹੀਂ ਆਇਆ, ਹੈ ਨਾ। ਸੋ ਆਮ ਆਦਮੀ ਪਾਰਟੀ ਦੇ ਹਿੱਸੇ ਆਇਆ ਤੇ ਲੋਕਾਂ ਨੇ ਇੰਨਾ ਕੁ ਮਾਨ ਸਨਮਾਨ ਦਿੱਤਾ ਆ। ਤੇ ਆਫ ਕੋਰਸ ਵੀ ਆਲ ਆਰ ਵੈਰੀ ਪੋਜ਼ਿਟਿਵ
ਤੇ ਪੂਰੀ ਉਮੀਦ ਦੇ ਨਾਲ ਆ ਕਿ ਜਿਹੜੇ ਸੁਪਨਿਆਂ ਦਾ ਪੰਜਾਬ ਲੈ ਕੇ, ਜਿਹੜੇ ਸੁਪਨਿਆਂ ਦਾ ਸੰਸਾਰ ਲੈ ਕੇ ਆਮ ਆਦਮੀ ਪਾਰਟੀ ਦਾ ਓਰੀਜਨ ਹੋਇਆ, ਆਮ ਆਦਮੀ ਪਾਰਟੀ ਆਪੋਜੀਸ਼ਨ ਦੇ ਵਿੱਚ ਆਈ ਤੇ ਆਉਣ ਵਾਲਾ ਸਮਾਂ ਬੜਾ ਨਜ਼ਦੀਕ ਆ। ਤੁਸੀਂ ਨੂੰ ਤਰੱਕੀ ਕਹੋਗੇ ਕਿ ਪੰਜਾਬ ਨੇ ਤੁਹਾਨੂੰ ਇੰਨੇ ਵਿਸ਼ਵਾਸ ਨਾਲ ਇੱਕ ਸਭ ਤੋਂ ਵੱਡੀ ਤਾਕਤਵਰ ਆਪੋਜੀਸ਼ਨ, ਇੱਕ 100 ਸਾਲ ਪੁਰਾਣੀ ਪਾਰਟੀ ਨੂੰ ਪਿੱਛੇ ਛੱਡ ਕੇ ਤੁਹਾਨੂੰ ਭੇਜਿਆ ਸੀ, ਔਰ ਤੁਸੀਂ ਇਹਨਾਂ 4.5 ਸਾਲਾਂ ਵਿੱਚ ਉਹ ਅਹੁਦਾ ਵੀ ਗੁਮਾ ਦਿੱਤਾ। ਤੁਸੀਂ ਜਿਸ 22 ਨੰਬਰ ਤੇ ਆਏ ਸੀਗੇ, ਅੱਜ ਉਸ ਤੋਂ 14 MLA ਰਹਿ ਗਏ ਤੁਹਾਡੇ ਨਾਲ। ਸੋ ਇਹ ਤਰੱਕੀ ਹੋਈ? ਇਹਨੂੰ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਤਰੱਕੀ ਦੇ ਨਾਲ ਨਾਲ ਕੋਈ ਪਾਰਟੀ ਨੇ ਇਹਦੇ ਵਿੱਚ ਕੁਝ ਗਵਾ ਦਿੱਤਾ ਹੈ ਨਾ, ਕਿਉਂਕਿ ਮੈਂ ਤਾਂ ਇੱਕ ਗੱਲ ਮੰਨਦੀ ਹਾਂ ਕਿ ਪਾਰਟੀ ਨਵੀਂ ਸੀ ਤੇ ਪਾਰਟੀ ਦੇ ਜਿੰਨੇ MLA ਸੀਗੇ ਉਹ ਸਾਰੇ ਨਵੇਂ ਸੀ ਤਕਰੀਬਨ, ਜਿਨ੍ਹਾਂ ਦਾ ਕੋਈ ਪੋਲੀਟੀਕਲ ਬੈਕਗ੍ਰਾਉਂਡ ਨਹੀਂ, ਜਿਹੜੇ ਕੋਈ ਲਾਈਕ ਐਸੀ ਫੈਮਿਲੀਜ਼ ਤੋਂ ਨਹੀਂ ਸੀਗੇ ਕਿ ਜਿੱਥੋਂ ਇਹ ਲੱਗਦਾ ਹੋਵੇ ਕਿ ਬਈ ਇਹ ਤਾਂ ਬੰਦਾ ਕਿਸੇ ਧਨਾੜ ਫੈਮਿਲੀ ਤੋਂ ਆਇਆ, ਕਿਸੇ ਧਨਾੜ ਬੈਕਗ੍ਰਾਉਂਡ ਤੋਂ ਆਇਆ, ਜਾਂ ਫਿਰ ਇਹਦਾ ਕਿਸੇ ਪੋਲੀਟੀਕਲ ਪਾਰਟੀਆਂ ਦੇ ਨਾਲ ਕੋਈ ਲੈਣਾ ਦੇਣਾ ਸੀਗਾ। ਤੇ ਬਾਕੀ ਆਫ ਕੋਰਸ ਜੇ ਕੁਝ ਸਾਥੀ ਪਿਛਲੇ ਦਿਨਾਂ ਦੇ ਵਿੱਚ ਚਲੇ ਗਏ ਤੇ ਜਿਹੜੀ ਚੀਜ਼ ਨਵੀਂ ਹੁੰਦੀ ਹੈ, ਜਿਹਦਾ ਐਕਸਪੀਰੀਅੰਸ ਠੱਗੀਆਂ ਠੋਰੀਆਂ ਦਾ, ਕਰਪਸ਼ਨ ਦਾ, ਮੈਂ ਤਾਂ ਇਹ ਕਹਿ ਸਕਦੀ ਹਾਂ, ਉਹ ਦੂਜੇ ਲੋਕਾਂ ਨੂੰ, ਦੂਜੀਆਂ ਪਾਰਟੀਆਂ ਨੂੰ ਆ, ਅਕਾਲੀ ਦਲ ਨੂੰ ਆ, ਚਾਹੇ ਉਹ ਕਾਂਗਰਸ ਨੂੰ ਆ, ਜਿਹੜੇ ਅੱਜ ਤੱਕ ਪੰਜਾਬ ਨੂੰ ਬਿਲਕੁਲ ਖੂੰਝੇ ਲਾ ਗਏ ਤੇ ਖੋਖਲਾ ਕਰ ਗਏ। ਆਮ ਆਦਮੀ ਪਾਰਟੀ ਨਵੀਂ ਸੀ, ਜਿਹਦੀ ਵਜ੍ਹਾ ਕਰਕੇ ਸਾਰੇ ਸਾਥੀ ਨਵੇਂ ਹੋਣ ਕਰਕੇ, ਕਈ ਗੱਲਾਂ ਦੇ ਤਜਰਬੇ ਨਾ ਹੋਣ ਕਰਕੇ ਮਤਲਬ ਹੋਈਆਂ ਨੇ ਕਮੀਆਂ ਰਹੀਆਂ ਨੇ। ਲੀਡਰ ਤੁਹਾਡੇ ਪਾਰਟੀ ਵਿੱਚ ਆਏ ਸਨ, ਮੈਂ ਛੋਟੇਪੁਰ ਜੀ ਤੇ ਨਹੀਂ ਜਾਣਦੀ, ਚਲੋ ਬਹੁਤ ਚਰਚਾ ਹੋ ਚੁੱਕੀ ਇਹਨਾਂ ਬਾਰੇ। ਅਸੀਂ ਆਉਂਦੇ ਡਾਕਟਰ ਗਾਂਧੀ ਤੇ, ਅਸੀਂ ਆਉਂਦੇ ਹਾਂ ਫੁਲਕਾ ਸਾਹਿਬ ਤੇ, ਅਸੀਂ ਆਉਂਦੇ ਹਾਂ ਸੁਖਪਾਲ ਖੇਰਾ ਤੇ। ਇਹ ਉਹ ਲੋਕ ਸੀ ਜੋ ਪੰਜਾਬ ਦੇ ਹੱਕ ਵਿੱਚ ਗੱਲ ਕਰਦੇ ਸੀਗੇ। ਉਹਨਾਂ ਨੇ ਪਾਰਟੀ ਪੰਜਾਬ ਦੇ ਹੱਕ ਨਹੀਂ ਛੱਡੇ, ਉਹਨੇ ਪਾਰਟੀ ਛੱਡੀ ਕਿ ਇਸ ਪਾਰਟੀ ਵਿੱਚ ਅੰਦਰੂਨੀ ਪੋਲਿਟਿਕਸ ਬਹੁਤ ਹੈ, ਹਾਈ ਕਮਾਂਡ ਬਹੁਤ ਤੇਜ਼ ਹੈਗਾ। ਸੁਖਪਾਲ ਖੇਰਾ ਵੱਲੋਂ ਤਾਂ ਇਹ ਇਲਜ਼ਾਮ ਲਾਇਆ ਗਿਆ ਹੈ ਕਿ ਮੇਰੀ ਪੱਗ ਦੀ ਇੱਜ਼ਤ ਨਹੀਂ ਰੱਖੀ ਗਈ ਇਸ ਪਾਰਟੀ ਵਿੱਚ। ਮੈਨੂੰ ਕੇਜਰੀਵਾਲ ਨੇ ਜਦ LOP ਲਾਇਆ, ਉਹ ਵੀ ਜਦ ਸਾਰੇ ਵਿਧਾਇਕ ਤੁਸੀਂ ਉਹਨਾਂ ਦੇ ਨਾਲ ਖੜੇ ਸੀ, ਉਹਨਾਂ ਨੇ ਕਿਹਾ ਸੀ ਮੇਰੀ ਮਰਜ਼ੀ ਉੱਤੇ ਨਾਂ ਲਗਾਤਾ। ਸੋ ਇਹੋ ਜਿਹੀਆਂ ਗੱਲਾਂ ਮਤਲਬ ਕੀ ਸ਼ੋ ਕਰਦੀਆਂ ਕਿ ਵੀ ਪਾਰਟੀ ਸਮਝ ਨਹੀਂ ਪਾ ਰਹੀ। ਔਰ ਜੇ ਤੁਸੀਂ ਟੈਲੈਂਟ ਨੂੰ, ਜਿਹੜੇ ਡਾਕਟਰ ਗਾਂਧੀ ਵਰਗੇ ਇਨਸਾਨ ਨੂੰ ਜਿਹਨਾਂ ਨੂੰ ਪਿੰਡ ਪਿੰਡ ਵਿੱਚ ਲੋਕ ਪਛਾਣਦੇ ਨੇ, ਫੁਲਕਾ ਸਾਹਿਬ ਨੇ ਜਿਹਨੇ ਬੜੇ ਸਾਲਾਂ ਤੋਂ, ਬੜੀ ਦੇਰ ਤੋਂ 84 ਦੇ ਪੀੜਤਾਂ ਵਾਸਤੇ, ਉਹਨਾਂ ਤੇ ਅਸੀਂ ਉਹਨਾਂ ਦੇ ਕਿਰਦਾਰ ਤੇ ਅਸੀਂ ਕੋਈ ਇਲਜ਼ਾਮ ਨਹੀਂ ਲਾ ਸਕਦੇ। ਤੇ ਜੇ ਉਹਨਾਂ ਨੂੰ ਨਹੀਂ ਸਾਂਭ ਪਾਵਾਂਗੇ ਤੇ ਫਿਰ ਪੰਜਾਬ ਦੇ ਮੁੱਦੇ ਕਿੱਦਾਂ? ਦੇਖੋ ਇਹਦੇ 'ਚ ਇੱਕ ਪੁਆਇੰਟ ਦੇ ਵਿੱਚ ਬੜਾ ਫਰਕ ਹੈ ਕਿ ਆਪਾਂ ਉਹਨਾਂ ਨੂੰ ਨਹੀਂ ਸਾਂਭ ਪਾਵਾਂਗੇ ਜਾਂ ਫਿਰ ਉਹਨਾਂ ਦੀਆਂ ਆਪਣੀਆਂ ਕੋਈ ਵਿਸ਼ੇਸ, ਆਪਣੀ ਕੋਈ ਮਰਜ਼ੀ ਆ, ਹੈ ਨਾ। ਜਦ ਤੱਕ ਰਹਿ ਗਈ ਗੱਲ ਫੁਲਕਾ ਜੀ ਦੀ, ਚਾਹੇ ਗਾਂਧੀ ਜੀ ਦੀ, ਚਾਹੇ ਤੁਸੀਂ ਨਾਮ ਲੈਂਦੇ ਲੈਂਦੇ ਛੋਟੇਪੁਰ ਸਾਹਿਬ ਦਾ ਜਿਹੜਾ ਵਿੱਚੋਂ ਛੱਡ ਦਿੱਤਾ, ਮਤਲਬ ਉਹਨਾਂ ਦਾ ਬੜਾ ਰਿਗਾਰਡ ਆ। ਮੈਂ ਅੱਜ ਮਤਲਬ ਉਹਨਾਂ ਦੀ ਦਿਲ ਤੋਂ ਰਿਸਪੈਕਟ ਕਰਦੀ ਹਾਂ ਸਾਰਿਆਂ ਦੀ। ਮਤਲਬ ਉਹਨਾਂ ਨੇ ਇਮਾਨਦਾਰੀ ਦੇ ਨਾਲ, ਬੜੀ ਮਿਹਨਤ ਦੇ ਨਾਲ ਪਾਰਟੀ ਦੇ ਵਿੱਚ ਕੰਮ ਕੀਤਾ। ਪਰ ਆਫ ਕੋਰਸ ਜਦ ਤੱਕ ਫੁਲਕਾ ਜੀ ਦੀ ਗੱਲ ਆ, ਉਹਨਾਂ ਦੀ ਆਪਣੀ ਮਰਜ਼ੀ ਸੀਗੀ ਕਿ ਉਹਨਾਂ ਨੇ ਪਾਰਟੀ ਨੂੰ ਕੰਟੀਨਿਊ ਕਰਨਾ ਆ ਜਾਂ ਨਹੀਂ ਕਰਨਾ, ਰਾਈਟ। ਤਾਂ ਇਹਦੇ 'ਚ ਕੋਈ ਇਹ ਨਹੀਂ ਸੀਗਾ ਕਿ ਪਾਰਟੀ ਤੋਂ ਕੁਝ ਉਹਨਾਂ ਦਾ ਵਖਰੇਵੇਂ ਸੀਗੇ ਜਾਂ ਪਾਰਟੀ ਤੋਂ ਅਲੱਗ ਹੋਣਾ ਚਾਹੁੰਦੇ ਸੀਗੇ। ਤੇ ਜੇ ਅਸੀਂ ਗੱਲ ਕਰੀਏ ਛੋਟੇਪੁਰ ਸਾਹਿਬ ਹੋਰਾਂ ਦੀ, ਤਾਂ ਉਹ ਮੰਨ ਸਕਦੇ ਹਾਂ ਕਿ ਉੱਥੇ ਕੁਝ ਕਮੀਆਂ ਜਿਹੜੀਆਂ ਪਾਰਟੀ ਤੋਂ ਰਹੀਆਂ ਨੇ, ਜਿਹੜੀਆਂ ਨਹੀਂ ਰਹਿਣੀਆਂ ਚਾਹੀਦੀਆਂ ਸੀਗੀਆਂ। ਇਹਦੇ ਮੰਨਣ 'ਚ ਕੋਈ ਹਰਜ਼ ਨਹੀਂ ਆ। ਐਂਡ ਜਿੱਥੋਂ ਤੱਕ ਰਹਿ ਗਈ ਗੱਲ ਸੁਖਪਾਲ ਖਹਿਰਾ ਦੀ, ਉਹ ਮੈਨੂੰ ਲੱਗਦਾ, ਮੈਂ ਨਾ ਬੋਲਾਂ ਤਾਂ ਹੀ ਚੰਗਾ ਹੈ, ਕਿਉਂਕਿ ਆਈ ਵਾਜ਼ ਦਾ ਫਰਸਟ ਵਨ, ਹੈ ਨਾ, ਕਿ ਜਿਨ੍ਹਾਂ ਨੇ ਕਿਹਾ ਸੀਗਾ ਕਿ ਖਹਿਰਾ ਸਾਹਿਬ ਨੂੰ ਰਿਜ਼ਾਈਨ ਦੇ ਦੇਣਾ ਚਾਹੀਦਾ ਆ। ਕਿਉਂਕਿ ਜਦੋਂ ਪਾਰਟੀ ਨੂੰ ਤੋੜਨ ਦੀ ਗੱਲ ਆਉਂਦੀ ਹੈ ਨਾ, ਜਦੋਂ ਪਾਰਟੀ ਨੂੰ ਬ੍ਰੇਕ ਕਰਨ ਦੀ ਗੱਲ ਆਉਂਦੀ ਸੀਗੀ, ਤਾਂ ਉਹਨਾਂ ਹਾਲਾਤਾਂ ਦੇ ਵਿੱਚ, ਉਹਨਾਂ ਸਰਕਮਸਟੈਂਸ ਦੇ ਵਿੱਚ ਮੈਂ ਇਹ ਗੱਲ ਕਹੀ ਸੀਗੀ ਕਿ ਉਹਨਾਂ ਨੂੰ ਬੈਟਰ ਆ ਪਾਰਟੀ ਛੱਡ ਦੇਣਾ ਚਾਹੀਦਾ ਆ। ਕਿਉਂਕਿ ਜਿਹੜਾ ਤੁਹਾਡਾ ਧੁਰਾ ਆ, ਜੇ ਤੁਸੀਂ ਉਹਦੀ ਰਿਸਪੈਕਟ ਨਹੀਂ ਕਰੋਗੇ ਕਿਤੇ ਵੀ, ਜੇ ਤੁਸੀਂ ਸੋਚੋਗੇ ਤੁਸੀਂ ਜੇ ਸਪੋਜ਼ ਪਾਰਟੀ ਤੋਂ ਕੋਈ ਮਿਸਟੇਕ ਹੋ ਰਹੀ ਆ, ਪਾਰਟੀ ਤੋਂ ਕੁਝ ਅਣਚਾਹੇ ਦੇ ਵਿੱਚ ਕੋਈ ਗੱਲ ਹੋ ਗਈ, ਡਸਨਟ ਮੀਨ ਕਿ ਤੁਸੀਂ ਉਹਨਾਂ ਨੂੰ ਸਟੇਜਸ ਤੇ ਜਾ ਕੇ ਬੋਲੋ, ਸਟੇਜਸ ਤੇ ਜਾ ਕੇ ਭੰਡੀ ਕਰੋ। ਜਿਹੜੇ ਤੁਸੀਂ ਮੁੱਦਾ ਕਹਿ ਰਹੇ ਹੋ ਉਹ ਸੀਗਾ ਮਾਫੀ ਮੰਗਣ ਦਾ, ਕੇਜਰੀਵਾਲ ਵੱਲੋਂ ਨਸ਼ੇ ਦੇ ਜੋ ਉਹਨਾਂ ਨੇ ਇਲਜ਼ਾਮ ਲਗਾਏ ਸੀ ਮਜੀਠੀਆ ਜੀ ਤੇ, ਰਾਈਟ। ਤੁਸੀਂ ਉਸ ਮੁੱਦੇ ਤੇ ਉਹਨਾਂ ਨੇ ਬਗਾਵਤ ਸ਼ੁਰੂ ਕੀਤੀ ਸੀ। ਇਹ ਮੁੱਦਾ ਅਸੀਂ ਜੇ ਆਉਣ ਵਾਲੀਆਂ ਚੋਣਾਂ ਦੇਖਾਂਗੇ ਫਿਰ ਉਹ ਇਹ ਮੁੱਦਾ ਉਠਾਇਆ ਜਾਏਗਾ। ਸੀ
ਉਹਨਾਂ ਨੇ ਉਸ ਮੁੱਦੇ ਤੇ ਬਗਾਵਤ ਨਹੀਂ ਸ਼ੁਰੂ ਕੀਤੀ ਸੀ। ਬਗਾਵਤ ਤਾਂ ਬੜੀ ਦੇਰ ਦੀ ਪਹਿਲਾਂ ਸ਼ੁਰੂ ਹੋ ਚੁੱਕੀ ਸੀ। ਉਹ ਚਲੋ ਬੜੀ ਅੰਦਰੂਨੀ ਗੱਲ ਸੀ ਜੋ ਬਾਹਰ ਨਿਕਲ ਕੇ ਆਈ ਸਾਡੇ ਤਾਂ ਸਾਹਮਣੇ ਆਈ, ਤਾਂ ਇਹੋ ਮੁੱਦਾ ਆਇਆ ਸੀ ਕਿ ਮਾਫੀ ਨਹੀਂ ਮੰਗਣੀ ਚਾਹੀਦੀ, ਔਰ ਜਦ ਦਿੱਲੀ ਉਹ ਮਾਫੀ ਮੰਗੇਗੀ ਪੰਜਾਬ ਨੂੰ ਨਾਲ ਨਹੀਂ ਲਿਆ ਗਿਆ। ਸੋ ਪੰਜਾਬੀ ਕੈਰੈਕਟਰ ਜਿਹੜਾ ਕੋ ਕਹਿੰਦਾ ਹੈ ਕਿ ਵੀ ਅਸੀਂ ਤਾਂ ਆਪਣੇ ਪੰਜਾਬ ਵਾਸਤੇ ਖੜੇ ਹਾਂ, ਬਾਕੀ ਸੁਖਪਾਲ ਖਹਿਰਾ ਨੂੰ ਪਾਰਟੀ ਦੇ ਵਿੱਚ ਲੈ ਕੇ ਆਉਣ ਵਾਲੇ ਅਸੀਂ ਸਾਰੇ ਸਾਥੀ ਸੀਗੇ, ਅਸੀਂ ਉਹਨਾਂ ਨੂੰ ਲੈ ਕੇ ਆਏ ਸੀ। ਉਹਨਾਂ ਦੀ ਮਰਜ਼ੀ ਸੀਗੀ ਸਾਨੂੰ ਕਿ ਉਹਨਾਂ ਨੂੰ ਲੀਡਰ ਆਫ ਆਪੋਜੀਸ਼ਨ ਬਣਾਇਆ ਜਾਵੇ ਜੀ। ਪਾਰਟੀ ਨੇ ਇੰਨਾ ਕੁ ਰਿਗਾਰਡ ਦਿੱਤਾ, ਇੰਨਾ ਕੁ ਸਤਿਕਾਰ ਦਿੱਤਾ ਕਿ ਉਹਨਾਂ ਨੂੰ ਲੀਡਰ ਆਫ ਆਪੋਜੀਸ਼ਨ ਬਣਾ ਦਿੱਤਾ, ਬਾਕੀ ਸਾਰੀਆਂ ਚੀਜ਼ਾਂ ਸਾਈਡ ਤੇ ਕਰ ਦਿੱਤੀਆਂ। ਅਰਵਿੰਦ ਜੀ ਨੇ ਉਹਨਾਂ ਦੀ ਬਾਂਹ ਫੜੀ ਤੇ ਆਬਵੀਅਸਲੀ ਲੀਡਰ ਆਫ ਆਪੋਜੀਸ਼ਨ ਪੰਜਾਬ ਤੇ ਸੁਖਪਾਲ ਖਹਿਰਾ ਸੀਗੇ ਉਸ ਵੇਲੇ, ਤਾਂ ਪਾਰਟੀ ਵੀ ਉਹਨਾਂ ਤੋਂ ਕੁਝ ਐਕਸਪੈਕਟ ਕਰਦੀ ਸੀਗੀ। ਮਤਲਬ ਬੜਾ ਛੋਟੀ ਜਿਹੀ ਇੱਕ ਐਗਜ਼ਾਮਪਲ ਹੈ ਕਿ ਲੀਡਰ ਆਫ ਮੈਂ ਆਪੋਜੀਸ਼ਨ ਮੰਨਦੀ ਹਾਂ ਇਹ ਬਾਹਰ ਨਹੀਂ ਆਣੀ ਚਾਹੀਦੀ ਸੀ ਗੱਲ, ਬਟ ਤੁਹਾਡੇ ਅੰਦਰ, ਬਿਕੋਜ਼ ਅੱਜ ਅਸੀਂ ਦੇਖਦੇ ਹਾਂ ਭਾਜਪਾ ਦੇ ਲੀਡਰਸ ਬਾਹਰ ਆ ਕੇ ਕਹਿ ਰਹੇ ਨੇ ਕਿ ਵੀ ਅਸੀਂ ਕਿਸਾਨੀ ਅੰਦੋਲਨ ਤੇ ਪੰਜਾਬ ਦੀ ਕਿਸਾਨਾਂ ਦੀ ਆਵਾਜ਼ ਆਪਣੇ ਹਾਈ ਕਮਾਂਡ ਨੂੰ ਨਹੀਂ ਪਹੁੰਚਾ ਸਕੇ। ਕਿੱਥੇ ਇਹ ਗੱਲ ਆਪ ਦੇ ਤੁਸੀਂ ਜਿਹੜੇ ਅੰਦਰ ਰਹਿ ਗਏ ਹੋ, ਤੁਸੀਂ ਇਹ ਗੱਲ ਕਰਦੇ ਹੋ ਕਿ ਹਾਂ ਸਾਡੇ ਵੱਲੋਂ ਕਮਜ਼ੋਰੀ ਹੋਈ, ਅਸੀਂ ਛੋਟੇਪੁਰ ਦੀ ਗੱਲ ਨਹੀਂ ਪਹੁੰਚਾ ਸਕੇ, ਅਸੀਂ ਇਹ ਨਹੀਂ ਕਹਿ ਸਕੇ ਕਿ ਸਾਡਾ ਲੀਡਰ ਮਾਫੀ ਮੰਗ ਕੇ ਸਾਨੂੰ ਉਸੇ ਮੁੱਦੇ ਤੇ ਕਮਜ਼ੋਰ ਕਰਤੇ ਜਿਸ ਤੇ ਇੱਥੇ ਇਲੈਕਸ਼ਨ ਲੜੀ ਸੀ। ਸੋ ਕਿ ਅੰਦਰੋਂ ਇਹ ਹੁਣ ਸੋਚ ਵਿਚਾਰ ਚੱਲ ਰਿਹਾ ਕਿ ਪੰਜਾਬ ਦੇ ਜਿਹੜੇ ਤੁਸੀਂ ਲੀਡਰ ਹੁਣ ਜੋ ਤੁਸੀਂ ਆਪ ਨੂੰ ਸੰਭਾਲਿਆ ਹੋਇਆ ਹੈ, ਤੁਸੀਂ ਆਪਣੀ ਆਵਾਜ਼ ਹਾਈ ਕਮਾਂਡ ਅੱਗੇ ਸਟਰੋਂਗ ਕਰ ਰਹੇ ਹੋ? ਦੇਖੋ, ਜਿੱਥੋਂ ਤੱਕ ਰਹਿ ਗਈ ਗੱਲ ਛੋਟੇਪੁਰ ਸਾਹਿਬ ਦੀ, ਉਹ ਤਾਂ ਮੈਂ ਪਹਿਲਾਂ ਹੀ ਤੁਹਾਨੂੰ ਕਹਿ ਦਿੱਤਾ ਕਿ ਆਫ ਕੋਰਸ ਉਹਦੇ ਵਿੱਚ ਪਾਰਟੀ ਤੋਂ ਗਲਤੀ ਕਹਿ ਲਓ, ਭੁੱਲ ਕਹਿ ਲਓ, ਜਾਂ ਕੋਈ ਗੈਪ ਰਹਿ ਗਿਆ, ਉਹ ਮੰਨਦੇ ਹਾਂ ਅਸੀਂ ਸਾਰੇ, ਹਨ। ਪਰ ਜੇ ਅਗਲੀ ਗੱਲ ਕਰੀਏ ਕਿ ਜੇ ਸੁਖਪਾਲ ਖਹਿਰਾ ਨੂੰ ਅਸੀਂ ਸੇਮ ਸਿਨੈਰੀਓ ਦੇ ਵਿੱਚ ਲੈ ਲਈਏ ਤਾਂ ਕਿਤੇ ਵੀ ਜਾ ਕੇ ਉਹ ਚੀਜ਼ਾਂ ਐਗਜ਼ਿਸਟ ਹੀ ਨਹੀਂ ਕਰਦੀਆਂ, ਕਿਉਂਕਿ ਸੁਖਪਾਲ ਖਹਿਰਾ ਇਜ਼ ਟੋਟਲੀ ਡਿਫਰੈਂਟ। ਤੇ ਜਿੱਥੋਂ ਤੱਕ ਲੀਡਰਸ਼ਿਪ ਦੀ ਗੱਲ ਆ, ਤਾਂ ਲੀਡਰਸ਼ਿਪ ਕੋਈ ਸਾਡੇ ਤੇ ਇਹ ਨਹੀਂ ਆ ਕਿ ਉਹ ਹਰ ਚੀਜ਼ ਥੋਪਦੀ ਆ ਤੇ ਅਸੀਂ ਪੰਜਾਬ ਵਾਲੇ ਬੈਠੇ ਹੀ ਹੁੰਨੇ ਆ ਕਿ ਅਸੀਂ ਹਰ ਚੀਜ਼ ਉਹਨਾਂ ਨੂੰ ਭਰੇ ਮੱਥੇ ਇੱਕ ਗੁਲਾਮੀ ਭਰੇ ਉਹਦੇ ਨਾਲ ਪ੍ਰਵਾਨ ਕਰਦੇ ਹਾਂ। ਉਸ ਨਾਲ ਇਦਾਂ ਦਾ ਕੁਝ ਨਹੀਂ ਹੈ। ਹਾਂ ਠੀਕ ਹੈ, ਉਹਦੇ 'ਚ ਰਿਗਾਰਡ ਆ, ਉਹਦੇ 'ਚ ਰਿਸਪੈਕਟ ਆ। ਲੀਡਰਸ਼ਿਪ ਅਰਵਿੰਦ ਕੇਜਰੀਵਾਲ ਜੀ ਨੇ ਸਾਡੇ ਨੈਸ਼ਨਲ ਕਨਵੀਨਰ ਨੇ, ਜਿਨ੍ਹਾਂ ਦੀ ਹੋਂਦ ਨੇ ਆਮ ਆਦਮੀ ਪਾਰਟੀ ਨੂੰ ਪੂਰੇ ਦੇਸ਼ ਭਰ ਦੇ ਵਿੱਚ ਸੱਦਾ ਦਿੱਤਾ ਆ, ਤੇ ਉਹਨਾਂ ਨੂੰ ਰਿਗਾਰਡ ਦੇਣਾ, ਪਾਰਟੀ ਦੀਆਂ ਲਿਮਿਟੇਸ਼ਨਸ ਨੂੰ ਫੋਲੋ ਕਰਨਾ, ਉਹਦਾ ਸਾਡਾ ਸਾਰਿਆਂ ਦਾ ਫਰਜ਼ ਆ। ਕਿ ਅੱਜ ਪੰਜਾਬ ਵਿੱਚੋਂ ਇੱਕ ਐਸਾ ਆਗੂ ਹੈ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਪੰਜਾਬ ਦਾ ਆਪ ਦਾ ਲੀਡਰ ਹੈ? ਕਿਉਂ ਇਹ ਗੱਲਾਂ ਵਾਰ-ਵਾਰ ਆਉਂਦੀਆਂ ਕਿ ਸਿੱਧੂ ਨੂੰ ਮਨਾਇਆ ਜਾ ਰਿਹਾ ਜਾਂ ਕਾਂਗਰਸ ਤੋਂ ਲੀਡਰ ਪੱਟ ਕੇ ਲਿਆਏ ਜਾ ਰਹੇ ਆ, ਅਕਾਲੀ ਦਲ ਤੋਂ ਲੀਡਰ ਲਿਆਏ ਜਾ ਰਹੇ, ਜਿਨ੍ਹਾਂ MLAs ਨੇ ਹਾਈ ਕਮਾਂਡ ਨਾਲ ਇਹਨਾਂ 4 ਸਾਲ ਮਿਲ ਕੇ ਕੰਮ ਕੀਤਾ ਹੈ? ਲੀਡਰ ਆਫ ਆਪੋਜੀਸ਼ਨ ਹੋ, ਤੁਸੀਂ ਹੋ, ਕਿੰਨੇ ਲੋਕ ਨੇ? ਅਸੀਂ ਕਿਉਂ ਆਮ ਆਦਮੀ ਪਾਰਟੀ ਇੱਕ ਨੋਨ ਚਿਹਰਾ ਚਾਹੁੰਦੀ ਹੈ? ਕਿਉਂ ਨਵਜੋਤ ਸਿੰਘ ਸਿੱਧੂ ਦੇ ਬਾਰ-ਬਾਰ ਗੱਲਾਂ ਚੱਲਦੀਆਂ ਰਹਿੰਦੀਆਂ ਹੈਗੀਆਂ? ਬਿਕੋਜ਼ ਇਹ ਇੱਕ ਪਾਰਟੀ ਡਿਫਰੈਂਸ ਨਾਲ ਆਈ ਸੀ। ਇਹ ਕਹਿੰਦੀ ਸੀ ਅਸੀਂ ਆਮ ਇਨਸਾਨ ਨੂੰ, ਬਿਕੋਜ਼ ਅਸੀਂ ਦਿੱਲੀ ਦੀ ਲੀਡਰਸ਼ਿਪ ਦੇਖੀ, ਉਹਨਾਂ ਵਿੱਚੋਂ ਕੋਈ ਜਾਣਾ ਪਛਾਣਾ ਚਿਹਰਾ ਨਹੀਂ ਸੀਗਾ, ਕੋਈ ਸਿਆਸਤਦਾਨ ਨਹੀਂ ਸੀਗਾ, ਸਭ ਆਮ ਲੋਕ ਸੀ ਜੋ ਆਪਣੀ ਨੌਕਰੀਆਂ ਛੱਡ ਕੇ ਆਏ ਸੀਗੇ। ਸੋ ਵਾਈ ਉਹ ਮਾਡਲ ਪੰਜਾਬ ਵਿੱਚ ਕਿਉਂ ਨਹੀਂ ਨਜ਼ਰ ਆ ਰਿਹਾ ਸਾਨੂੰ? ਨਹੀਂ, ਐਸਾ ਨਹੀਂ ਹੈ ਕਿ ਪੰਜਾਬ ਕੁਝ ਵੱਖਰਾ ਲਾਈਕ ਪੰਜਾਬ ਦੇ ਵਿੱਚ ਪਾਰਟੀ ਕੁਝ ਵੱਖਰਾ ਲੈ ਕੇ, ਜਾਂ ਆਫ ਕੋਰਸ ਮਾਡਲ ਦਿੱਲੀ ਵਾਲਾ ਹੀ ਆ, ਪਰ ਜਿਹੜੇ ਪੰਜਾਬ ਨੂੰ ਇੱਥੇ ਦੇ ਜਿਹੜੇ ਹਾਲਾਤ ਆ ਬੜੇ ਡਿਫਰੈਂਟ ਨੇ ਦਿੱਲੀ ਦੇ ਨਾਲੋਂ। ਤੇ ਜਿੱਥੋਂ ਤੱਕ ਰਹਿ ਗਈ ਗੱਲ ਕਿ ਪਾਰਟੀ ਕਿਉਂ ਅਪਰੋਚ ਕਰਦੀ ਆ ਜਾਂ ਫਿਰ ਕਿਉਂ ਇਦਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ, ਨਵਜੋਤ ਸਿੱਧੂ ਸੋ ਐਂਡ ਸੋ, ਤਾਂ ਮੈਂ ਇੱਕ ਗੱਲ ਮੰਨਦੀ ਹਾਂ ਕਿ ਦੇਖੋ, ਭਾਵੇਂ ਉਹ ਕਾਂਗਰਸ ਆ ਤੇ ਭਾਵੇਂ ਉਹ ਅਕਾਲੀ ਦਲ ਆ, ਉਹਦੇ ਵਿੱਚ ਵੀ ਕੁਝ ਜਿਹੜੇ ਚੰਗੇ ਬੰਦੇ ਬੈਠੇ ਆ, ਤੇ ਜਿਹੜੇ ਅੱਜ ਉਹਨਾਂ ਪਾਰਟੀਆਂ ਦੇ ਵਿੱਚ ਬੈਠ ਕੇ ਘੁਟਨ ਮਹਿਸੂਸ ਕਰ ਰਹੇ ਆ। ਉਹ ਵੀ ਚਾਹੁੰਦੇ ਆ ਕਿ ਅਸੀਂ ਕੁਝ ਚੰਗਾ ਕੰਮ ਕਰੀਏ, ਅਸੀਂ ਪੰਜਾਬ ਲਈ ਅੱਗੇ ਵਧੀਏ, ਪਰ ਉਹਨਾਂ ਨੂੰ ਮੌਕਾ ਹੀ ਨਹੀਂ ਦਿੱਤਾ ਗਿਆ। ਮੈਂ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਪੁੱਛਦੀ ਹਾਂ ਕਿ ਤੁਹਾਨੂੰ ਮੌਕਾ ਦਿੱਤਾ ਗਿਆ ਬਤੌਰੇ ਇੱਕ ਔਰਤ ਕਿ ਹਾਂ ਬਲਜਿੰਦਰ ਕੌਰ, ਵਾਈ ਕਾਂਟ ਯੂ, ਤੁਸੀਂ ਕਿਉਂ ਨਹੀਂ ਆਮ ਆਦਮੀ ਦਾ ਫੇਸ ਹੋ ਸਕਦੇ? ਜਿਹੜੇ ਤੁਸੀਂ ਵਿਧਾਇਕ, ਤੁਸੀਂ ਇੰਨੀ ਦੇਰ ਕੰਮ ਕੀਤਾ ਹੈ, ਕਿਉਂ ਪਾਰਟੀ ਬਾਹਰ ਜਾ ਕੇ ਪਾਰਟੀ ਨੇ ਕੁਝ ਲੁਕੋਇਆ ਨਹੀਂ ਹੈ ਮੇਰੇ ਤੋਂ, ਹੈ ਨਾ। ਮੈਂ ਬਹੁਤ ਰਿਣੀ ਹਾਂ, ਮੈਂ ਬਹੁਤ ਧੰਨਵਾਦੀ ਹਾਂ ਕਿ ਪਾਰਟੀ ਨੇ ਮਨੀਸ਼ ਸਿਸੋਦੀਆ ਔਰ ਇੱਕ ਮੈਂ ਪ੍ਰੋਫੈਸਰ ਬਲਜਿੰਦਰ ਕੌਰ ਫਰਕ ਕੀ ਹੈ? ਮੈਂ ਉਸੇ ਪੁਆਇੰਟ ਤੇ ਮੈਂ ਆਉਣ ਲੱਗੀ ਹਾਂ ਕਿ ਮੈਂ ਪਾਰਟੀ ਦੀ ਬਹੁਤ ਰਿਣੀ ਹਾਂ ਕਿ ਪਾਰਟੀ ਨੇ ਬਾਈ ਇਲੈਕਸ਼ਨ ਪੰਜਾਬ ਦਾ 2 ਸੀਟਾਂ ਤੇ ਹੁੰਦਾ ਆ। ਪਾਰਟੀ ਮੈਨੂੰ ਟਿਕਟ ਦਿੰਦੀ ਹੈ ਤਲਵੰਡੀ ਸਾਬੋ ਤੋਂ 2014 ਦੇ ਵਿੱਚ, ਜਿਹੜੀ ਆਮ ਆਦਮੀ ਪਾਰਟੀ ਦੀ ਪਹਿਲੀ ਇਲੈਕਸ਼ਨ ਸੀ,
ਔਰ ਮੈਂ ਬਹੁਤ ਰਹਿਣੀ ਆ ਪਾਰਟੀ ਦੀ ਕਿ ਪਾਰਟੀ ਮੈਨੂੰ ਨੈਸ਼ਨਲ ਐਗਜ਼ੀਕਿਊਟਿਵ ਦੀ ਮੈਂਬਰ ਬਣਾਉਂਦੀ ਆ। ਮੈਂ ਬਹੁਤ ਰਹਿਣੀ ਆ ਪਾਰਟੀ ਦੀ ਕਿ ਮੈਨੂੰ ਪਾਰਟੀ ਪੂਰੇ ਪੰਜਾਬ ਭਰ ਦੇ ਵਿੱਚ ਵੈਮਨ ਵਿੰਗ ਦੀ ਜ਼ਿੰਮੇਵਾਰੀ ਦਿੰਦੀ ਆ। ਮੈਂ ਬਹੁਤ ਰਹਿਣੀ ਆ ਪਾਰਟੀ ਦੀ ਕਿ 17 ਦੇ ਵਿੱਚ ਮੈਨੂੰ ਫਿਰ ਤਲਵੰਡੀ ਸਾਬੋ ਤੋਂ ਹੀ ਨਿਵਾਜਿਆ ਜਾਂਦਾ ਟਿਕਟ ਦੇ ਨਾਲ। ਆਫ ਕੋਰਸ ਮੈਂ ਇਸ ਗੱਲ ਦੀ ਵੀ ਰਹਿਣੀ ਆ ਕਿ ਜਦੋਂ MP ਇਲੈਕਸ਼ਨਸ ਹੁੰਦੇ ਆ ਤਾਂ ਪੂਰੇ ਪੰਜਾਬ ਭਰ ਦੇ ਵਿੱਚ ਕਿਸੇ ਵਿਧਾਇਕ ਨੂੰ ਮਤਲਬ ਸਾਰਿਆਂ ਨੂੰ ਛੱਡ ਕੇ ਮੈਨੂੰ ਬਠਿੰਡਾ ਤੋਂ ਫਿਰ ਕੰਟੈਸਟ ਕਰਨ ਦੇ ਲਈ ਕਿਹਾ ਜਾਂਦਾ ਹੈ। ਤਾਂ ਮੈਂ ਦੱਸੋ ਕਿਵੇਂ ਕਹਦਾ ਕਿ ਪਾਰਟੀ ਨੇ ਲਾਈਕ ਮੇਰੇ ਤੋਂ ਕੁਝ ਲੁਕੋ ਕੇ ਰੱਖਿਆ ਹੈ ਹਨਾ? ਨਹੀਂ ਲੁਕੋ ਕੇ ਨਹੀਂ ਰੱਖਿਆ, ਬਟ ਅੱਜ ਜਦ ਚਿਹਰੇ ਅਸੀਂ ਬਾਹਰੋਂ ਲੱਭ ਰਹੇ ਹਾਂ ਕਿ CM ਫੇਸ ਕਾਂਗਰਸ ਤੋਂ ਖਿੱਚ ਲਈਏ, ਅੰਦਰੋਂ ਕਿਉਂ ਨਹੀਂ ਆ ਸਕਦਾ? ਸੋ ਚਲੋ ਤੁਹਾਡੀ ਪਾਰਟੀ ਦੀ ਪੋਲਿਟਿਕਸ। ਮੈਨੂੰ ਇੱਕ ਇਹ ਦੱਸੋ ਕਿ ਜਿਸ ਤਰ੍ਹਾਂ ਲੋਕਾਂ ਨੇ ਤੁਹਾਨੂੰ ਇੰਨੀ ਸਮਰਥਨ ਦਿੱਤੀ, ਇੰਨਾ ਹੁੰਗਾਰਾ ਭਰਿਆ, ਅੱਜ ਲੋਕ ਦੁਬਾਰਾ ਤੁਹਾਨੂੰ ਹੁੰਗਾਰਾ ਕਿਉਂ ਭਰਨ? ਮੈਂ ਲੋਕਾਂ ਵੱਲੋਂ ਸਵਾਲ ਪੁੱਛਦੀ ਹਾਂ। ਕਾਂਗਰਸ ਨੇ ਕੀਤਾ ਕੀ ਆ? ਮਤਲਬ ਲੋਕ ਕਾਂਗਰਸ ਨੂੰ ਕਿਉਂ ਚੂਜ਼ ਕਰਨ? ਕਿਉਂ ਲੋਕ ਅਕਾਲੀ ਦਲ ਨੂੰ ਚੂਜ਼ ਕਰਨ? ਹੁਣ ਤੱਕ ਉਹਨਾਂ ਨੂੰ ਤਾਂ ਦੇਖਿਆ ਹੈ ਜਿੰਨੇ ਆਮ ਆਦਮੀ ਪਾਰਟੀ ਦਿੱਲੀ ਵਿੱਚ ਆਪਣਾ ਰਿਪੋਰਟ ਕਾਰਡ ਲੈ ਕੇ ਆਈ ਹੈ। ਤੁਸੀਂ ਇੱਕ MLA ਰਹੇ ਹੋ, ਤੁਸੀਂ ਕੀ ਆਪਣੇ ਹਲਕੇ ਦਾ ਰਿਪੋਰਟ ਕਾਰਡ ਪੇਸ਼ ਕਰਨ ਲਈ ਤਿਆਰ ਹੋ? ਬਿਲਕੁਲ। ਮਤਲਬ ਅੱਜ ਤੱਕ ਇੱਕ ਰਿਕਾਰਡ ਜਿਹੜਾ ਵਿਧਾਨ ਸਭਾ ਦਾ ਬੋਲਦਾ ਆ ਕਿ ਆਪੋਜੀਸ਼ਨ ਜਿੱਥੇ ਗੱਲਾਂ ਆਉਂਦੀਆਂ ਨੇ ਕਿ ਆਪੋਜੀਸ਼ਨ ਨੇ ਹੁਣ ਤੱਕ ਕੀਤਾ ਹੀ ਕੀ ਹੈ, ਮੈਂ ਕਹਿੰਦੀ ਹਾਂ ਇੱਕੋ ਇੱਕ ਪੰਜਾਬ ਦੀ ਆਪੋਜੀਸ਼ਨ ਅਜਿਹੀ ਸਾਬਤ ਹੋਈ ਹੈ ਪਹਿਲੀ ਵਾਰੀ ਜਿਹਨੇ ਪੰਜਾਬ ਦੇ ਹਰ ਮਸਲੇ ਤੇ ਬੜੇ ਧੜੱਲੇ ਨਾਲ ਗੱਲ ਕੀਤੀ ਹੈ ਵਿਧਾਨ ਸਭਾ ਦੇ ਵਿੱਚ। ਜੇ ਅੱਜ ਤੱਕ ਅਸੀਂ ਰਿਕਾਰਡ ਚੱਕ ਕੇ ਦੇਖ ਲਈਏ, ਸਭ ਤੋਂ ਵੱਧ ਸਵਾਲ ਕਿਸੇ ਆਪੋਜੀਸ਼ਨ ਬਣੀ ਹੋਏ ਆਏ ਨੇ ਨਾ ਤਾਂ ਉਹ ਆਮ ਆਦਮੀ ਪਾਰਟੀ ਵੱਲੋਂ ਆਏ ਨੇ, ਉਹ ਹੋਰ ਕਿਸੇ ਪਾਰਟੀ ਵੱਲੋਂ ਅੱਜ ਤੱਕ ਨਹੀਂ ਆਈ। ਜੇ ਸਭ ਤੋਂ ਵੱਧ ਬੋਲਣ ਵਾਲੇ MLAs ਕਿਸੇ ਪਾਰਟੀ ਨੇ ਦਿੱਤੇ ਨੇ ਜਿਹੜੇ ਹਰ ਮੁੱਦੇ ਤੇ ਗੱਲ ਕਰ ਸਕਣ, ਹਰ ਡਿਬੇਟ 'ਚ ਪਾਰਟਿਸਿਪੇਟ ਕਰ ਸਕਣ, ਹਰ ਮਤਲਬ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਸਕਣ, ਉਹ ਆਮ ਆਦਮੀ ਪਾਰਟੀ ਦੇ ਹਿੱਸੇ ਆਉਂਦਾ ਹੈ। ਮੈਨੂੰ ਤਾਂ ਸਮਝ ਨਹੀਂ ਆਉਂਦੀ ਮਤਲਬ ਕਿਹੜੀ ਗੱਲ ਕਰਕੇ ਕਹਿ ਦਿੱਤਾ ਜਾਂਦਾ ਕਿ ਆਮ ਆਦਮੀ ਪਾਰਟੀ ਦੀ ਪਰਫਾਰਮੈਂਸ 0 ਆਈ ਡੋਨਟ ਨੋ। ਮਤਲਬ ਆਮ ਆਦਮੀ ਪਾਰਟੀ ਡਟ ਕੇ ਵਿਧਾਨ ਸਭਾ ਦੇ ਵਿੱਚ ਅੱਜ ਤੱਕ ਉਹਨੇ ਆਪਣਾ ਰੋਲ ਪਲੇ ਕੀਤਾ ਜਿਹੜਾ ਕਿਸੇ ਦੇ ਹਿੱਸੇ ਨਹੀਂ। ਤੁਸੀਂ ਜੇ ਰਿਪੋਰਟ ਕਾਰਡ ਦੇਣ ਜਾਓਗੇ ਸਿਰਫ ਵਿਧਾਨ ਸਭਾ ਦੀ ਪਰਫਾਰਮੈਂਸ ਹੋਏਗੀ, ਤੁਹਾਨੂੰ ਇੱਕ ਫੰਡ ਜ਼ਰੂਰ ਮਿਲਦਾ ਹੋਏਗਾ ਆਪਣੇ ਹਲਕੇ ਲਈ, ਉਹਦੇ ਨਾਲ ਤੁਸੀਂ ਕੁਝ ਇੰਪਰੂਵਮੈਂਟ ਲਿਆ ਸਕਦੇ। ਕਾਸ਼ ਨਿਮਰਤ ਜੀ ਜਿਹੜੀ ਤੁਸੀਂ ਫੰਡ ਦੀ ਗੱਲ ਕੀਤੀ ਹੈ, ਕਾਸ਼ ਇਹ ਮਿਲਦਾ ਹੁੰਦਾ, ਠੀਕ ਹੈ। ਤਾਂ ਜਿਹੜੇ ਬੜੇ ਸਵਾਲ ਨਿਕਲ ਕੇ ਆਉਂਦੇ ਨੇ ਕਿ ਫਲਾਨਾ ਡਿਵੈਲਪਮੈਂਟ ਰੁਕੀ ਹੋਈ ਹੈ, ਫਲਾਨਾ ਡਿਵੈਲਪਮੈਂਟ। ਕੱਲ੍ਹ ਪਰਸੋਂ ਚੌਥ ਨਾ ਇੱਕ ਅਖਬਾਰ ਦੀ ਨਿਊਜ਼ ਸੀਗੀ ਜਿੱਥੇ ਲਿਖਿਆ ਹੋਇਆ ਹੈ ਕਿ ਸਾਰੇ ਵਿਧਾਇਕਾਂ ਨੂੰ 13 ਕਰੋੜ ਰੁਪਏ ਜਿਹੜਾ ਦਿੱਤਾ। ਤਾਂ ਮੈਂ ਪੁੱਛਣਾ ਚਾਹੁੰਦੀ ਹਾਂ ਸਰਕਾਰ ਕੋਲੋਂ ਕਿ 13 ਕਰੋੜ ਦਾ ਜਿਹੜਾ ਜ਼ਿਕਰ ਅਖਬਾਰਾਂ ਦੇ ਵਿੱਚ ਹੁੰਦਾ ਆ, ਕੀਤਾ ਜਾ ਰਿਹਾ, ਉਹ 13 ਕਰੋੜ ਕਿੱਥੇ ਆ? ਕਿ ਜੇ ਸੱਚਮੁੱਚ 13 ਕਰੋੜ ਦੀ ਗੱਲ ਆਈ ਆ ਤਾਂ 13 ਕਰੋੜ ਫਿਰ ਇਟ ਮੀਨਸ ਬਹੁਤ ਕਲੀਅਰ ਆ ਕਿ ਫਿਰ ਤੁਸੀਂ ਸਿਰਫ ਆਪਣੇ ਵਿਧਾਇਕਾਂ ਨੂੰ ਦਿੱਤਾ ਹੈ, ਤੁਹਾਨੂੰ ਕੁਝ ਨਹੀਂ ਮਿਲਿਆ। ਆਮ ਆਦਮੀ ਪਾਰਟੀ ਆਪੋਜੀਸ਼ਨ ਦੇ ਵਿੱਚ ਹੈ। ਸੋ ਆਪੋਜੀਸ਼ਨ ਦੇ ਵਿਧਾਇਕ ਕੋਲ ਕੀ ਪਾਵਰਸ ਹੁੰਦੀਆਂ ਨੇ? ਨਥਿੰਗ। ਜੇ ਕਿਸੇ ਦਾ ਨੀਂਹ ਪੱਥਰ ਰੱਖਣਾ ਆ, ਜੇ ਕਿਸੇ ਵਿਕਾਸ ਦਾ ਕੰਮ ਕਰਨਾ ਹੈ, ਜੇ ਕਿਸੇ ਪਿੰਡ ਨੂੰ ਗ੍ਰਾਂਟ ਦੇਣੀ ਹੈ, ਜੇ ਕੋਈ ਕੰਮ ਦੀ ਸ਼ੁਰੂਆਤ ਕਰਨੀ ਆ, ਤਾਂ ਉਹ ਸਟਾਰਟ ਹੁੰਦੀ ਹੈ ਕਾਂਗਰਸ ਦੇ ਆਪਣੇ ਜਿਹੜੇ ਇਹਨਾਂ ਨੇ ਲਾਏ ਹੋਏ ਨੇ ਇੰਚਾਰਜ, ਆਪਣੇ ਇਹਨਾਂ ਨੇ ਲਾਏ ਹੋਏ ਨੇ ਇਹਨਾਂ ਦੇ ਆਪਣੇ ਜਿੱਤੇ ਹੋਏ MLAs। ਸੋ ਆਪੋਜੀਸ਼ਨ ਇੱਕ ਬਹੁਤ ਵੱਡਾ ਜਿਹੜਾ ਮੈਂ ਕਹੂੰਗੀ ਸੰਤਾਪ ਹੰਡਾਉਂਦੀ ਆ ਪੰਜਾਬ ਵਰਗੀ ਧਰਤੀ ਤੇ ਦਿੱਲੀ ਦੀ ਮੈਂ ਇਸ ਕਰਕੇ ਪ੍ਰੇਜ਼ ਕਰਦੀ ਹਾਂ ਕਿ ਦਿੱਲੀ ਦੇ ਵਿੱਚ ਜੇ ਫੰਡਸ ਦਿੱਲੀ ਸਰਕਾਰ ਦੇ MLAs ਨੂੰ ਦਿੱਤੇ ਜਾਂਦੇ ਆ ਤਾਂ ਬਰਾਬਰ ਜਿਹੜੇ ਦੂਸਰੀ ਪਾਰਟੀ ਦੇ ਆ ਆਪੋਜੀਸ਼ਨ ਦੇ, ਉਹਨਾਂ ਨੂੰ ਵੀ ਬਰਾਬਰ ਫੰਡਸ ਦਿੱਤੇ ਜਾਂਦੇ। ਉੱਥੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਬਿਕਾਜ਼ ਲੋਕਾਂ ਨੇ ਚੁਣਿਆ ਹੈਗਾ, ਲੋਕਾਂ ਨੇ ਚੁਣਿਆ, ਲੋਕਾਂ ਦੇ ਨੁਮਾਇੰਦਿਆਂ, ਲੋਕਾਂ ਦੇ ਵਿਧਾਇਕਾਂ। ਤਾਂ ਆਫ ਕੋਰਸ ਲੋਕ ਸਾਡੇ ਤੋਂ ਮੰਗ ਕਰਦੇ ਆ, ਪਰ ਉਹਨੂੰ ਦੱਸਦੇ ਕਿ ਸਰਕਾਰ ਕਿਹੜੀਆਂ ਹਰਕਤਾਂ ਤੇ ਉਤਰੀ ਹੋਈ ਹੈ। ਫਿਰ ਤੁਹਾਡਾ ਦਾਇਰਾ ਕੀ ਰਹਿੰਦਾ ਹੈਗਾ? ਲੋਕ ਸਾਡੇ ਤੋਂ ਦੁੱਖ ਸੁੱਖ ਦੀ ਡਿਮਾਂਡ ਕਰਦੇ ਆ ਕਿ ਅਸੀਂ ਉਹਨਾਂ ਦੇ ਦੁੱਖ ਦੇ ਸਮੇਂ ਤੋਂ ਉਹਨਾਂ ਦੇ ਨਾਲ ਖੜੇ ਹੋਈਏ, ਜਦੋਂ ਉਹਨਾਂ ਦੇ ਵਿਆਹਾਂ ਸ਼ਾਦੀਆਂ ਨੇ ਉਹਨਾਂ ਦੇ ਨਾਲ ਖੜੇ ਹੋਈਏ। ਉਹ ਆਪਦੀ ਡਿਊਟੀ ਜਿਹੜੀ ਉਹ ਸਿਰ ਮੱਥੇ ਪ੍ਰਵਾਨ ਕਰਦੇ ਹਨ ਤੇ ਉਹ ਨਿਭਾਉਂਦੇ ਆ। ਵਿਆਹਾਂ ਸ਼ਾਦੀਆਂ ਤੋਂ ਗੱਲ ਯਾਦ ਆਉਂਦੀ, ਤੁਹਾਡੇ ਬਾਰੇ ਇੱਕ ਬੜੀ ਆਵਾਜ਼ ਚੁੱਕੀ ਜਾਂਦੀ ਤੁਸੀਂ ਕਿ ਵੀ ਵੈਸੇ ਤਾਂ ਪੋਲੀਟੀਸ਼ੀਅਨ ਜਿਹੜੇ ਵਿਰੋਧੀ ਪਾਰਟੀ ਉਹਨਾਂ ਦੇ ਖਿਲਾਫ ਬੋਲਦੇ ਹੋ, ਪਰ ਜਦ ਉਦੋਂ ਗੱਲ ਆਈ ਤੁਸੀਂ ਮੱਥਾ ਵੀ ਟੇਕ ਲਿਆ, ਸ਼ਗਨ ਵੀ ਲੈ ਲਿਆ। ਸੋ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਹਾਂ, ਇਹ ਵਧੀਆ ਕੀਤਾ ਤੁਸੀਂ ਮੈਨੂੰ ਸਵਾਲ ਕਰ ਦਿੱਤਾ, ਕਿਉਂਕਿ ਅਕਸਰ ਇਹ ਗੱਲ ਨਿਕਲ ਕੇ ਆਉਂਦੀ ਹੈ ਹਨਾ, ਵਿਰੋਧੀ ਇੱਕੋ ਹੀ ਗੱਲ ਕਰ ਲੈਂਦੇ ਆ ਜੀ ਇਹਨਾਂ ਨੇ ਤਾਂ ਮਤਲਬ ਸਾਰਿਆਂ ਨੂੰ ਬੁਲਾ ਲਿਆ ਉੱਥੇ ਹਨਾ। ਸੋ ਉਹ ਇੱਕ ਆਈ ਥਿੰਕ ਸੁਖਬੀਰ ਬਾਦਲ ਵੀ ਤੁਹਾਡੇ ਹਾਊਸ ਦੀ ਮਰਿਆਦਾ ਆ, ਵਿਧਾਨ ਸਭਾ ਦੀ। ਸਪੀਕਰ ਜਿੱਥੇ ਬੈਠ ਕੇ ਆਪਣੀ ਚੇਅਰ ਤੇ ਜਦੋਂ ਪੂਰੇ ਹਾਊਸ ਨੂੰ ਸੱਦਾ ਪਿੱਤਰ ਦਿੰਦੇ ਆ
ਕਿ ਸਾਡੇ ਕੁਲੀਗ ਦਾ ਸੋ ਐਂਡ ਸੋ ਤਰੀਕ ਨੂੰ ਵਿਆਹ ਆ, ਭਾਈ ਸਾਰੇ ਪਹੁੰਚਿਓ। ਤਾਂ ਮੈਨੂੰ ਲੱਗਦਾ ਇੱਕ ਹਾਊਸ ਦੀ ਮਰਿਆਦਾ ਸੀਗੀ ਸਾਰਿਆਂ ਦੇ ਲਈ ਫੋਲੋ ਕਰਨਾ, ਕਿ ਬਹੁਤ ਸਾਰੇ ਸਾਥੀ ਉੱਥੇ ਪਹੁੰਚੇ। ਤੁਸੀਂ ਵੱਖਰਾ ਸੱਦਾ ਪੱਤਰ ਦੇਣ ਨਹੀਂ ਗਏ ਸੀ, ਇਟ ਵਾਸ ਜਸਟ ਗਰੁੱਪ? ਮੈਂ ਕਿਸੇ ਨੂੰ ਕੋਈ ਇਦਾਂ ਪਰਸਨਲੀ ਜਾਂ ਕੋਈ ਸੱਦਾ ਪੱਤਰ ਦੀ ਗੱਲ ਆਈ ਹੋਵੇ, ਸੋ ਇਹ ਨਹੀਂ ਆ। ਪੁਆਇੰਟ ਉੱਥੇ ਸ਼ੁਰੂ ਹੁੰਦਾ ਹੈ ਕਿ ਜਿੱਥੇ ਸਪੀਕਰ ਸਾਹਿਬ ਬੈਠ ਕੇ ਆਪਣੀ ਚੇਅਰ ਤੇ ਇੱਕ ਕੁਲੀਗ ਹੋਣ ਦੇ ਨਾਤੇ ਅਨਾਉਂਸਮੈਂਟ ਕਰਦੇ ਨੇ, ਤੇ ਉਹਨੂੰ ਜਿਨ੍ਹਾਂ ਸਾਥੀਆਂ ਨੇ ਸੁਣਿਆ, ਉਹਨੂੰ ਨਿਭਾਇਆ, ਉੱਥੇ ਪਹੁੰਚੇ ਤੇ ਉਹਨੂੰ ਬੜੀ ਵੱਖਰੀ ਪ੍ਰੈਜ਼ੈਂਟ ਕਰ ਦਿੱਤਾ। ਤੁਸੀਂ ਇੱਕ ਬੜੇ ਸੌਫਟ ਜਿਹੇ ਲੇਡੀ ਲੱਗਦੇ ਹੈਗੇ ਹੋ, ਸੋ ਜਦ ਇੱਕ ਲੇਡੀ ਹੋ ਕੇ ਪੋਲਿਟਿਕਸ ਵਿੱਚ ਆਉਣਾ ਔਰ ਇਹੋ ਜਿਹੀਆਂ ਆਪਣੇ ਬਾਰੇ ਗੱਲਾਂ ਸੁਣਨੀਆਂ ਔਰ ਕਾਫੀ ਹੋਰ ਨੇ ਜਿਨ੍ਹਾਂ ਬਾਰੇ ਮੈਂ ਹੁਣ ਜ਼ਿਕਰ ਨਹੀਂ ਕਰਾਂਗੀ, ਸੋ ਉਹ ਕਿੱਦਾਂ ਹੈਂਡਲ ਕਰਦੇ ਹੋ? ਬੜਾ ਸਾਰਾ ਕੁਝ ਚੈਲੰਜਿੰਗ ਹੁੰਦਾ ਹੈ। ਸਹੀ ਕਿਹਾ ਤੁਸੀਂ ਕਿ ਇੰਨਾ ਸੌਖਾ ਨਹੀਂ ਹੁੰਦਾ ਇੱਕ ਫੀਮੇਲ ਦੇ ਲਈ, ਇੱਕ ਲੇਡੀ ਦੇ ਲਈ, ਹੈ ਨਾ। ਉਹ ਵੀ ਇੱਕ ਜਦੋਂ ਤੁਹਾਡੀ ਲਾਈਫ ਐਜ਼ ਅਨਮੈਰਿਡ ਪੋਲਿਟਿਕਸ ਦੇ ਵਿੱਚ ਸ਼ੁਰੂ ਹੁੰਦੀ ਹੈ ਕਿ ਤੁਸੀਂ ਸਾਰੀਆਂ ਚੀਜ਼ਾਂ ਨੂੰ ਟੈਕਲ ਕਰਦੇ ਜਾਓ। ਤੇ ਆਫ ਕੋਰਸ ਜਦੋਂ ਸੁਖਪਾਲ ਖਹਿਰਾ ਵਾਲਾ ਸੀਨ ਹੋਇਆ ਸੀ ਨਾ, ਮੈਨੂੰ ਬੋਲਣ ਦਾ ਮੇਰਾ ਮਨ ਕਰ ਰਿਹਾ ਸੀਗਾ ਕਿ ਮੈਂ ਕਿਹਾ ਜ਼ਿਕਰ ਕਰ ਹੀ ਦਵਾਂ ਇਹਦੇ 'ਤੇ ਹੁਣ। ਤਾਂ ਮੈਨੂੰ ਇੰਨੀਆਂ ਕੁ ਲੋਕਾਂ ਨੇ ਗਾਲਾਂ ਦਿੱਤੀਆਂ ਕਿ ਇਹ ਕੁੜੀ ਨੇ ਕੀ ਕਰ ਦਿੱਤਾ, ਕਿ ਸੁਖਪਾਲ ਖਹਿਰਾ ਨੂੰ ਕਿਉਂ ਕਹਿ ਦਿੱਤਾ ਕਿ ਹੀ ਮਸਟ ਰਿਜ਼ਾਈਨ, ਹੈ ਨਾ। ਪਰ ਉਹ 2 ਸਾਲ ਪਹਿਲਾਂ ਮੈਨੂੰ ਪਤਾ ਸੀਗਾ ਕਿ ਦਿਸ ਇਜ਼ ਗੋਇੰਗ ਟੂ ਹੈਪਨ, ਕਿ ਇਹ ਹੋਣ ਵਾਲਾ ਆ, ਹੋਊਗਾ ਬੜੀ ਜਲਦੀ, ਕਿ ਇਹ ਸਾਡੀ ਪਾਰਟੀ ਲਈ, ਸਾਡੇ ਸਿਸਟਮ ਲਈ ਸੁਖਪਾਲ ਖਹਿਰਾ ਬਣੇ ਹੀ ਨਹੀਂ ਆ। ਪਰ ਅੱਜ ਸਾਰਾ ਕੁਝ ਸਾਹਮਣੇ ਹੈ ਨਾ। ਸੋ ਕੋਈ ਨਹੀਂ, ਮਤਲਬ ਜੇ ਕਿਸੇ ਨੂੰ ਇਹ ਲੱਗਦਾ ਹੁੰਦਾ ਹੈ, ਜਿਹੜਾ ਤੁਸੀਂ ਗੱਲ ਕੀਤਾ ਕਿ ਕੋਈ ਗਾਲੀਆਂ ਦਿੰਦੇ ਆ, ਕੋਈ ਬੜਾ ਮੰਦਾ ਚੰਗਾ ਬੋਲਦੇ ਆ, ਹੈ ਨਾ, ਉਹਨਾਂ ਦਾ ਆਪਣਾ ਟੈਂਪਰਾਮੈਂਟ ਆ। ਤੇ ਮੈਨੂੰ ਇੰਨਾ ਪਤਾ ਕਿ ਮੈਂ ਇੱਕ ਕੁੜੀ ਹੋਣ ਦੇ ਨਾਂ 'ਤੇ, ਹੈ ਨਾ, ਮੈਂ ਆਪਣੀ ਹਰ ਬੈਸਟ ਕੋਸ਼ਿਸ਼ ਕਰ ਰਹੀ ਹਾਂ ਤੇ ਕਰਦੀ ਰਹੂੰਗੀ। ਪੰਜਾਬ ਨੂੰ ਹਮੇਸ਼ਾ ਹੀ ਸਮਰਪਿਤ ਹੈ ਤੇ ਮੇਰੇ ਤਨ ਮਨ ਧਨ ਦੇ ਨਾਲ ਸਿਰਫ ਮੇਰਾ ਇੱਕੋ ਮੰਤਵ ਆ, ਇੱਕੋ ਮੋਟਿਵ ਆ, ਇੱਕੋ ਮਕਸਦ ਆ, ਓਨਲੀ ਪੰਜਾਬ। ਆਖਰੀ ਸਵਾਲ ਤੇ ਆਉਂਦੇ ਹਾਂ, ਹੁਣ ਟਾਈਮ ਆ ਗਿਆ ਕਿ ਆਪ ਦਾ ਮੈਨੀਫੈਸਟੋ ਵੀ ਬਣਨ ਵਾਲਾ ਹੋਏਗਾ ਜੀ। ਪੰਜਾਬ ਵਾਸਤੇ ਤੁਸੀਂ ਕਿਹੜੇ ਮੁੱਦੇ ਅੱਗੇ ਚੁੱਕ ਕੇ ਲੈ ਕੇ ਜਾਣ ਵਾਲੇ ਹੋ? ਪੰਜਾਬ ਦੇ ਵਿੱਚ ਸਰਕਾਰ ਨੇ ਬੜੇ ਪ੍ਰੋਮਿਸ ਕੀਤੇ ਸੀਗੇ ਕਿ ਅਸੀਂ ਘਰ ਨੌਕਰੀ ਦੇਵਾਂਗੇ, ਰੁਜ਼ਗਾਰ ਦੇਵਾਂਗੇ। ਰੁਜ਼ਗਾਰ ਦਿੱਤਾ ਇਹਨਾਂ ਨੇ ਆਪਣੇ ਐਮਪੀਜ਼ ਨੂੰ, ਆਪਣੇ ਐਮਪੀਆਂ ਦੇ, ਆਪਣੇ ਵਿਧਾਇਕਾਂ ਦੇ ਮੁੰਡੇ ਕੁੜੀਆਂ ਨੂੰ। ਫਿਰ ਗੱਲ ਚੱਲੀ ਸੀਗੀ ਪੰਜਾਬ ਦੇ ਵਿੱਚ ਅਸੀਂ ਹਸਪੀਟਲਸ ਦੀ ਜਿਹੜੀ ਵਿਵਸਥਾ ਆ ਉਹਨੂੰ ਅਸੀਂ ਸੁਧਾਰਾਂਗੇ। ਤੇ ਮੈਨੂੰ ਲੱਗਦਾ ਕੋਵਿਡ ਤੋਂ ਕਰੋਨਾ ਦਾ ਜਿਹੜਾ ਸਮਾਂ ਸੀ, ਸਭ ਤੋਂ ਮਾੜਾ ਸਮਾਂ ਪੰਜਾਬ ਨੇ ਹੰਢਾਇਆ। ਤੇ ਜਿੱਥੇ ਸਰਕਾਰ ਇੱਥੋਂ ਤੱਕ ਉਤਰ ਗਈ ਕਿ ਜਿਹੜੀ ਵੈਕਸੀਨ 400 ਰੁਪਏ 'ਚ ਖਰੀਦੀ, ਉਹਨੂੰ 1060 ਰੁਪਏ 'ਚ ਵੇਚ ਰਹੀ ਆ, ਤੇ 1,40,000 ਦਾ ਸੌਦਾ ਪੰਜਾਬ ਨੇ ਕਰ ਦਿੱਤਾ। ਤੇ ਲੋਕਾਂ ਦੇ ਲਈ, ਲੋਕ ਮਤਲਬ ਜਿਹੜੇ ਘਰ 'ਚ ਇੱਕ 2 ਮਰੀਜ਼ ਨੇ, ਉਹ ਇਸ ਕਰਕੇ ਦਮ ਤੋੜ ਰਹੇ ਆ ਕਿ ਉਹਨਾਂ ਦੇ ਨਾ ਤਾਂ ਉਹਨਾਂ ਕੋਲੇ ਪੈਸਾ ਆ, ਇਕਨੋਮਿਕਲ ਸਿਸਟਮ ਉਹਨਾਂ ਦਾ ਬਿਲਕੁਲ ਖਤਮ ਹੋ ਗਿਆ, ਉਹਨਾਂ ਕੋਲੇ ਇੰਨੀ ਪਹੁੰਚ ਨਹੀਂ ਆਪਣਾ ਇਲਾਜ ਕਰਾ ਸਕਣ। ਉੱਪਰੋਂ ਸਰਕਾਰ ਨੇ ਜਿਹੜਾ ਰਾਸ਼ਨ ਦੇਣਾ ਸੀਗਾ ਉਹ ਵੀ ਆਪਣੇ ਘਰਾਂ ਦੇ ਵਿੱਚ ਲੁਕੋ ਲਿਆ। ਸੋ ਕਹਿਣ ਦਾ ਮਤਲਬ ਹਸਪੀਟਲਸ ਤੋਂ ਸ਼ੁਰੂ ਹੁੰਦੇ ਹੋਏ ਸਾਡਾ ਉਹ ਵਰਗ ਜਿਹੜਾ ਨੌਕਰੀਆਂ ਦੀ ਤਲਾਸ਼ ਦੇ ਵਿੱਚ ਆ, ਤੇ ਉਹ ਕਿਸਾਨ ਜਿਹੜਾ ਅੱਜ ਦਿੱਲੀ ਦੇ ਬਾਰਡਰਾਂ ਤੇ ਬੈਠਾ ਲਗਾਤਾਰ ਸੰਤਾਪ ਹੰਢਾ ਰਿਹਾ, ਕਿਹਦੀ ਵਜ੍ਹਾ ਕਰਕੇ? ਇਹਨਾਂ ਸਰਕਾਰਾਂ ਦੀ ਵਜ੍ਹਾ ਕਰਕੇ ਅੱਜ ਉਹ ਸੰਤਾਪ ਹੰਢਾ ਰਿਹਾ। ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਆ, ਉਹ ਕੋਈ ਸੋਚਦਾ ਹੀ ਨਹੀਂ ਹੈ ਕਿ ਜਿਨ੍ਹਾਂ ਦੀ ਵਜ੍ਹਾ ਕਰਕੇ ਤੁਸੀਂ ਅੱਜ ਜਿਉਂਦੇ ਹੋ, ਜਿਨ੍ਹਾਂ ਦੀ ਵਜ੍ਹਾ ਕਰਕੇ ਤੁਸੀਂ ਅੱਜ 2 ਵੇਲੇ ਰੋਟੀ ਖਾਂਦੇ ਹੋ, ਉਸ ਕਿਸਾਨ ਨੂੰ ਤੁਸੀਂ ਬਾਰਡਰਾਂ ਤੇ ਧੱਕਿਆ ਹੋਇਆ। ਤੇ ਗੱਲ ਕਰਦੀ ਸੀ ਸਰਕਾਰ ਅਸੀਂ ਕਰਜ਼ਾ ਮਾਫ ਕਰਾਂਗੇ। ਕੱਲ ਪਰਸੋਂ ਮੈਂ ਥੋੜੇ ਦਿਨ ਪਹਿਲਾਂ ਵਿਜ਼ਿਟ ਕਰਕੇ ਆਈ ਹਾਂ ਮਾਨਸਾ ਦੇ ਪਿੰਡ ਅਕਲੀਏ ਦੇ ਵਿੱਚ, ਜਿੱਥੇ ਕਿਸਾਨ ਦੇ 7 ਕਿੱਲੇ ਜ਼ਮੀਨ ਖਿਸਕਦੀ 2 ਕਿੱਲਿਆਂ ਤੇ ਰਹਿ ਗਈ, ਔਰ ਸੁਸਾਈਡ ਕਮਿਟ ਕੀਤਾ। ਕਿਉਂ ਕੀਤਾ? ਕਿਉਂਕਿ ਸਰਕਾਰ ਨੇ ਕਰਜ਼ਾ ਮਾਫੀ ਨਹੀਂ ਦਿੱਤੀ। ਸੋ ਐਸੇ ਕੇਸ ਪੰਜਾਬ 'ਚ ਅੱਜ ਵੀ ਵਾਪਰਦੇ ਆ। ਸਰਕਾਰ ਕਹਿੰਦੀ ਸੀ ਨਸ਼ਾ ਬੰਦ ਕਰਾਂਗੇ, ਅਸੀਂ ਗੁਟਕਾ ਸਾਹਿਬ ਹੱਥ ਦੇ ਵਿੱਚ ਫੜ ਕੇ, ਗੁਰੂ ਸਾਹਿਬ ਦੀ ਬੇਅਦਬੀ ਇਹਨਾਂ ਸਰਕਾਰਾਂ ਨੇ ਕਰਾ ਦਿੱਤੀ। ਮਤਲਬ ਇਹਨਾਂ ਤੋਂ ਕੀ ਉਮੀਦ ਆ ਪੰਜਾਬ ਨੂੰ? ਸੋ ਆਮ ਆਦਮੀ ਪਾਰਟੀ ਕਹਿਣ ਦਾ ਮਤਲਬ ਆ, ਜਿਸ ਦੁਖਾਂਤ ਦੇ ਵਿੱਚੋਂ ਪੰਜਾਬ ਨਿਕਲ ਰਿਹਾ ਆ, ਜਿਹੜੇ ਵਰਗ ਨੂੰ ਬਿਲਕੁਲ ਪੰਜਾਬ ਨੂੰ ਮਤਲਬ ਸਰਕਾਰਾਂ ਨੇ ਖੂੰਜੇ ਲਾ ਦਿੱਤਾ, ਚਾਹੇ ਕਿਸਾਨ, ਚਾਹੇ ਉਹ ਪੰਜਾਬ ਦਾ ਯੂਥ, ਤੇ ਆਫ ਕੋਰਸ ਇੱਕ ਉਹ ਵਰਗ ਪੰਜਾਬ ਦੀਆਂ ਔਰਤਾਂ, ਪੰਜਾਬ ਦੀਆਂ ਲੇਡੀਜ਼, ਜਿਨ੍ਹਾਂ ਲਈ ਅੱਜ ਤੱਕ ਸਰਕਾਰਾਂ ਤੋਂ ਕਦੇ ਵੀ ਕੁਝ ਸਰਿਆ ਨਹੀਂ। ਤੇ ਆਮ ਆਦਮੀ ਪਾਰਟੀ ਆਫ ਕੋਰਸ ਫੀਲਡ ਦੇ ਵਿੱਚ ਉਹਨਾਂ ਸਾਰਿਆਂ ਦੇ ਲਈ ਉਤਰ ਕੇ ਅੱਗੇ ਆਊਗੀ, ਹੈ ਨਾ, ਬੜੀ ਤਾਕਤ ਨਾਲ। ਚਲੋ ਉਹ ਤਾਂ ਹੁਣ ਸਾਡਾ ਕੰਮ ਹੈ ਲੋਕਾਂ ਕੋਲ ਤੁਹਾਡੀ ਆਵਾਜ਼ ਲੈ ਕੇ ਜਾਣਾ, ਐਂਡ ਅਸੀਂ ਜ਼ਰੂਰ ਉਮੀਦ ਕਰਦੇ ਹਾਂ ਕਿ ਜਿਹੜੀ ਆਮ ਆਦਮੀ ਪਾਰਟੀ ਵਿੱਚ ਇੱਕ ਔਰਤ ਦਾ ਚਿਹਰਾ ਹੈ ਉਹ ਵੀ ਅੱਗੇ ਆਏ,
ਐਂਡ ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਔਰਤਾਂ ਦੇ ਲਈ ਬਦਲਾਅ ਦੀ ਲੋੜ ਹੈਗੀ ਹੈ, ਸੋ ਉਹਦੀ ਉਮੀਦ ਤਾਂ ਤੁਹਾਡੇ ਤੇ ਹੀ ਰਹੇਗੀ, ਤੁਸੀਂ ਉਹ ਆਵਾਜ਼ ਲੈ ਕੇ ਜਾਓ। ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਤੇ ਹੁਣ ਤਾਂ ਚੋਣਾਂ ਨਜ਼ਦੀਕ ਹੈ, ਮਿਲਦੇ ਰਵਾਂਗੇ, ਤੁਹਾਡੇ ਤੇ ਨਜ਼ਰ ਰੱਖਾਵਾਂਗੇ। ਥੈਂਕ ਯੂ ਜੀ, ਥੈਂਕ ਯੂ ਸੋ ਮਚ।